ਸਤਿਗੁਰੂ ਮਹਾਰਾਜ ਦੀ ਕਥਾ ਸ਼੍ਰਵਣ ਕਰਕੇ ਆਪਣੇ ਮਨ ਦੇ ਅੰਦਰ ਪਏ ਹੋਏ ਭਰਮ ਸ਼ੰਕੇ ਅਤੇ ਗੁਰੂ ਕੀ ਬਾਣੀ ਦੇ ਰਾਹੀਂ ਸੇਧ ਪ੍ਰਾਪਤ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ 58 ਅੰਗ ਤੇ ਜੋ ਅਸ਼ਟਪਦੀਆਂ ਪ੍ਰਾਰੰਭ ਹੋਈਆਂ ਸਨ, 9ਵੀਂ ਅਸ਼ਟਪਦੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਉਪਦੇਸ਼ ਕੀਤਾ ਜੋ, ਮਨ ਰੇ ਰਾਮ ਜਪੋ ਸੁਖ ਹੋਏ। ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਸਮਝਾਉਂਦੇ ਨੇ ਕਿ ਪਰਮਾਤਮਾ ਦਾ ਨਾਮ ਜਪੋ ਤਾਂਹੀਓ ਆਤਮਕ ਆਨੰਦ ਮਿਲਣਾ। ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ। ਗੁਰਾਂ ਤੋਂ ਬਿਨਾਂ ਵਾਹਿਗੁਰੂ ਦਾ ਪ੍ਰੇਮ ਪ੍ਰਾਪਤ ਨਹੀਂ ਹੁੰਦਾ ਅਤੇ ਗੁਰਾਂ ਦਾ ਉਪਦੇਸ਼ ਮਿਲੇ ਤਾਂ ਹੀ ਆਤਮਕ ਜਿਹੜਾ ਆਨੰਦ ਹਿਰਦੇ ਦੇ ਅੰਦਰ ਬਣਦਾ। ਸ਼ਬਦ ਪ੍ਰਾਰੰਭ ਕਰਦੇ ਨੇ ਮਹਾਰਾਜ, ਬਿਨ ਪਿਰ ਧਨ ਸਿੰਗਾਰੀਐ ਜੋਬਨ ਬਾਦ ਖੁਆਰ। ਸੋ ਇਹ ਜੀਵ ਰੂਪ ਇਸਤਰੀ ਦਾ ਅਲੰਕਾਰ ਹੈ। ਇੱਥੇ ਜਿਵੇਂ ਪ੍ਰਤੱਖ ਸੰਸਾਰ ਦੇ ਵਿੱਚ ਪਤੀ ਦੀ ਪ੍ਰਸੰਨਤਾ ਤੋਂ ਬਿਨਾਂ ਮਹਾਰਾਜ ਜੀ ਕਹਿੰਦੇ ਨੇ ਇਸਤਰੀ ਦਾ ਕੀਤਾ ਹੋਇਆ ਸ਼ਿੰਗਾਰ ਤੇ ਜੋਬਨ ਬਾਦ ਹੁੰਦਾ, ਬੇਅਰਥ ਹੀ ਚਲਿਆ ਜਾਂਦਾ ਅਤੇ ਖੁਆਰ ਹੀ ਹੁੰਦੀ ਰਹਿੰਦੀ ਹੈ, ਦੁਖੀ ਹੁੰਦੀ ਰਹਿੰਦੀ ਹੈ, ਕਿਉਂਕਿ ਉਹ ਪਤੀ ਨੂੰ ਭਾਈ ਨਹੀਂ ਹੈ, ਚੰਗੀ ਨਹੀਂ ਲੱਗੀ, ਉਹਦੀਆਂ ਆਦਤਾਂ ਨਹੀਂ ਚੰਗੀਆਂ। ਇਸੇ ਪ੍ਰਕਾਰ ਪਤੀ ਪਰਮਾਤਮਾ ਦੀ ਖੁਸ਼ੀ ਤੋਂ ਬਿਨਾਂ ਜਗਿਆਸੂ ਰੂਪ ਇਸਤਰੀ ਦਾ ਜਾਪ, ਤਾਪ ਰੂਪ ਸ਼ਿੰਗਾਰ ਤੇ ਸ਼ੌਂਕ ਅਵਸਥਾ ਰੂਪ ਜੋਬਨ ਬੇਅਰਥ ਹੀ ਚਲਿਆ ਜਾਂਦਾ ਅਤੇ ਦੁਖੀ ਹੁੰਦਾ ਰਹਿੰਦਾ। ਜਦੋਂ ਤੱਕ ਪਰਮਾਤਮਾ ਦੀ ਖੁਸ਼ੀ ਨਹੀਂ, ਜਦੋਂ ਤੱਕ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਨੂੰ ਅਪਣਾਉਂਦਾ ਨਹੀਂ। ਗੁਰਾਂ ਦੇ ਦੱਸੇ ਹੋਏ ਮਾਰਗ ਨੂੰ ਅਪਣਾ ਕੇ ਹੀ ਜਦੋਂ ਉਸ ਰਸਤੇ 'ਤੇ ਚੱਲੀਏ ਤਾਂ ਪਰਮਾਤਮਾ ਦੀ ਖੁਸ਼ੀ ਜੀਵ ਨੂੰ ਮਿਲਦੀ ਹੈ, ਨਹੀਂ ਤਾਂ ਖੁਆਰ ਹੁੰਦਾ ਹੈ। ਔਰ ਮਹਾਰਾਜ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ, ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿੰਗਾਰ। ਜਿਵੇਂ ਪ੍ਰਤੱਖ ਇਸਤਰੀ ਦਾ ਅਲੰਕਾਰ ਬਣਾਇਆ, ਇੱਥੇ ਜਗਿਆਸੂ ਦਾ ਅਲੰਕਾਰ ਬਣਾ ਕੇ ਦੱਸਦੇ ਨੇ ਕਿ ਜਗਿਆਸੂ ਰੂਪ ਇਸਤਰੀ ਪਤੀ ਪਰਮਾਤਮਾ ਤੋਂ ਬਿਨਾਂ ਜਿਹੜੀ ਅੰਦਰ ਸੇਜਾ ਅੰਤਿਸ਼ਕਰਨ, ਜਿੱਥੇ ਪਰਮਾਤਮਾ ਨੇ ਪ੍ਰਗਟ ਹੋਣਾ, ਦਰਸ਼ਨ ਦੇਣੇ ਨੇ, ਜਿੱਥੇ ਉਹਦੀ ਜੋਤ ਬਿਰਾਜਮਾਨ ਹੈ, ਉਸ ਸੇਜਾ ਦੇ ਸੁੱਖ ਨੂੰ, ਆਤਮਕ ਆਨੰਦ ਨੂੰ ਨਹੀਂ ਮਾਣ ਸਕਦੇ। ਕਿਉਂਕਿ ਜਦੋਂ ਤੱਕ ਇਹਨਾਂ ਦੋਨਾਂ ਦਾ ਆਪਸ ਵਿੱਚ ਮਿਲਾਪ ਨਹੀਂ ਹੁੰਦਾ, ਆਤਮਾ ਪ੍ਰਾਤਮਾ ਏਕੋ ਕਰੈ ਅੰਦਰ, ਉਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਪ ਤਪ ਰੂਪ ਅਤੇ ਹੋਰ ਦਿਖਾਵੇ ਦੇ ਜਿੰਨੇ ਕੰਮ ਨੇ ਉਹ ਫੋਕਟ ਸ਼ਿੰਗਾਰਾਂ ਵਿੱਚ ਚਲੇ ਜਾਂਦੇ ਨੇ, ਨਿਸਫਲ ਹੋ ਜਾਂਦੇ ਨੇ। ਦੁਖ ਕਣੋ ਦੁਹਾਗਣੀ ਨਾ ਘਰ ਸੇਜ ਪਤਾਰ। ਦੁਹਾਗਣੀ ਤੋਂ ਭਾਵ ਜਿਵੇਂ ਛੁੱਟੜ ਔਰਤ ਨੂੰ ਘਣਾ ਦੁੱਖ ਹੁੰਦਾ, ਬਹੁਤਾ ਜ਼ਿਆਦਾ, ਕਿਉਂਕਿ ਉਹ ਪਤੀ ਨੇ ਤਿਆਗ ਦਿੱਤੀ, ਛੱਡ ਦਿੱਤੀ। ਕਿਉਂਕਿ ਘਰ ਵਿੱਚ ਹੁੰਦਾ ਪਤੀ, ਉਹਨੂੰ ਜਦੋਂ ਤਿਆਗ ਦਿੰਦਾ ਹੈ ਉਹਦੇ ਵੱਲ ਧਿਆਨ ਹੀ ਨਹੀਂ ਦਿੰਦਾ। ਔਰ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਹੀ ਹਿਰਦੇ ਦੇ ਵਿੱਚ ਪਰਮਾਤਮਾ ਹੁੰਦਾ ਹੈ, ਫਿਰ ਵੀ ਉਹ ਪਰਮਾਤਮਾ ਦੇ ਆਖੇ ਨਹੀਂ ਲੱਗਦੀ, ਗੁਰਾਂ ਦੇ ਆਖੇ ਨਹੀਂ ਲੱਗਦੀ ਅਤੇ ਮਨ ਮਰਜ਼ੀਆਂ ਕਰਕੇ ਮਨਮੁਖਤਾ ਕਰਦੀ ਆਪਣੀ। ਅੰਤःਕਰਨ ਰੂਪ ਸੇਜਾ ਉੱਪਰ ਆ ਕੇ ਸਾਖੀ ਚੇਤਨ ਪਰਮਾਤਮਾ ਉਹਦੇ ਸਾਖਿਆਤਕਾਰ ਨਹੀਂ ਹੁੰਦਾ। ਮਨ ਰੇ ਰਾਮ ਜਪੋ ਸੁਖ ਹੋਏ। ਮਹਾਰਾਜ ਕਹਿੰਦੇ ਭਾਈ ਗੁਰਮੁਖੋ ਰਾਮ ਦਾ ਨਾਮ ਜਪੋ, ਜੋ ਰਮਿਆ ਹੋਇਆ ਪਰਮਾਤਮਾ ਵਿਆਪਕ ਹੈ, ਤਾਂ ਹੀ ਤਾਂ ਤੁਹਾਨੂੰ ਆਤਮਕ ਸੁਖ ਪ੍ਰਾਪਤ ਹੋਵੇਗਾ। ਸਤਿਗੁਰੂ ਦੇ ਅੰਦਰ ਨਿਰਵੈਰਤਾ ਹੋਣ ਕਰਕੇ, ਕਿਉਂਕਿ ਸਧਾਰਨ ਜੀਵ ਦੀ ਅਵਸਥਾ ਰਾਗ ਦਵੈਸ਼ ਈਰਖਾਵਾਦੀ ਹੁੰਦੀ ਹੈ, ਸਧਾਰਨ ਜੀਵ ਦੇ ਅੰਦਰ ਮੇਰ ਤੇਰ ਹੁੰਦੀ ਹੈ। ਗੁਰੂ ਸਾਹਿਬ ਦੀ ਅਵਸਥਾ ਤਾਂ ਬਣਦੀ ਮਨੁੱਖ ਦੀ ਪਹਿਲੀ ਦੂਜੀ ਤੀਜੀ ਅਵਸਥਾ, ਸੱਤਵੀਂ ਭੂਮਿਕਾ। ਹੁਣ ਸਤਿਗੁਰੂ ਮਹਾਰਾਜ ਤਾਂ ਹੈ ਹੀ ਅਵਸਥਾ ਦੇ ਮਾਲਕ, ਅਵਸਥਾ ਰੂਪ ਤਾਂ ਉਹ ਆਪ ਹੀ ਨੇ, ਆਪ ਪਰਮੇਸ਼ਰ ਨੇ। ਇਸ ਕਰਕੇ ਮਹਾਰਾਜ ਇੰਨੀ ਉੱਚੀ ਬਿਰਤੀ ਵਿੱਚ ਪਰਮੇਸ਼ਰ ਦੇ ਸਾਰੇ ਨਾਮ, ਰਾਮ, ਗੋਬਿੰਦ, ਹਰੀ, ਨਾਰਾਇਣ,
ਇਹ ਵਾਸਤਵ ਵਿੱਚ ਪਰਮੇਸ਼ਰ ਦੇ ਹੀ ਨਾਮ ਨੇ ਸਾਰੇ, ਮੁਰਾਰੀ। ਪਰ ਬਾਅਦ ਵਿੱਚ ਕਿਸੇ ਨੇ ਇਹਨਾਂ ਨੂੰ ਆਪਣੇ ਨਾਮ ਦੇ ਨਾਲ ਜੇ ਜੋੜ ਲਿਆ ਤਾਂ ਇਹਦਾ ਭਾਵ ਇਹ ਨਹੀਂ ਕਿ ਉਹੀ ਪਰਮੇਸ਼ਰ ਬਣ ਗਿਆ। ਹੁਣ ਬਹੁਤ ਲੋਕਾਂ ਦਾ ਨਾਮ ਅਲੱਗ-ਅਲੱਗ ਰੱਖਿਆ ਹੁੰਦਾ, ਸੋ ਕਿਸੇ ਨੇ ਆਪਣਾ ਕੋਈ ਨਾਮ ਰੱਖਿਆ, ਕਿਸੇ ਨੇ ਕੋਈ ਰੱਖਿਆ। ਪਰਮੇਸ਼ਰ ਦੇ ਨਾਮ ਤੇ ਲੋਕ ਨਾਮ ਰੱਖ ਲੈਂਦੇ ਨੇ। ਪਰ ਸਤਿਗੁਰੂ ਨਿਰਵੈਰਤਾ ਸਹਿਤ ਰਾਗ ਦਵੈਸ਼ ਤੋਂ ਬਿਨਾਂ ਹੋ ਕੇ ਗੁਰਾਂ ਦੇ ਅੰਦਰਲਾ ਨਿਸ਼ਾਨਾ ਸਮਝੋ ਕਿ ਰਾਮ ਜਪੋ। ਮਹਾਰਾਜ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਕਰਕੇ ਮਹਾਰਾਜ ਤਾਂ ਵਿਆਪਕ ਪਰਮੇਸ਼ਰ ਨੂੰ ਜਪਣ ਲਈ ਕਹਿੰਦੇ ਨੇ, ਜਿਹੜਾ ਗੁਰਮੰਤਰ ਦੇ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਣਾ। ਬਿਨ ਗੁਰ ਪ੍ਰੇਮ ਨਾ ਪਾਈਐ, ਸ਼ਬਦ ਮਿਲੈ ਰੰਗ ਹੋਏ ਰਹਾਉ। ਗੁਰਾਂ ਤੋਂ ਬਿਨਾਂ ਹੁਣ ਪਰਮੇਸ਼ਰ ਦਾ ਪ੍ਰੇਮ ਹਿਰਦੇ ਦੇ ਅੰਦਰ ਪੈਦਾ ਨਹੀਂ ਹੁੰਦਾ। ਪ੍ਰੇਮ ਤਾਂ ਪੈਦਾ ਹੁੰਦਾ ਜਦੋਂ ਸਤਿਗੁਰੂ ਜੀ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕਰਦੇ ਨੇ ਕਿ ਉਹ ਦਿਆਲੂ ਨੇ, ਕਿਰਪਾਲੂ ਨੇ, ਮਾਫ ਕਰ ਦਿੰਦੇ ਨੇ, ਕਿਰਪਾ ਕਰ ਦਿੰਦੇ ਨੇ, ਬਖਸ਼ ਲੈਂਦੇ ਨੇ, ਝੋਲੀਆਂ ਭਰ ਦਿੰਦੇ ਨੇ, ਚਾਰੇ ਪਦਾਰਥ ਦਿੰਦੇ ਨੇ, ਕੁਝ ਮੰਗਦੇ ਵੀ ਨਹੀਂ, ਸਿਰਫ ਪ੍ਰੇਮ ਮੰਗਦੇ ਨੇ, ਬਈ ਪ੍ਰੇਮ ਕਰੋ ਮੈਨੂੰ, ਪਦਾਰਥਾਂ ਨੂੰ ਨਹੀਂ। ਜਦੋਂ ਸਤਿਗੁਰੂ ਜੀ ਅਕਾਲ ਪੁਰਖ ਬਾਰੇ ਦੱਸਦੇ ਨੇ ਕਿ ਇੰਨੇ ਚੰਗੇ ਨੇ ਉਹ, ਫੇਰ ਹੀ ਮਹਾਰਾਜ ਕਹਿੰਦੇ ਨੇ ਆਤਮਿਕ ਆਨੰਦ ਪ੍ਰਾਪਤ ਹੁੰਦਾ, ਜੀਵ ਦਾ ਪ੍ਰੇਮ ਅਕਾਲ ਪੁਰਖ ਵਿੱਚ ਬਣ ਜਾਂਦਾ। ਤੇ ਇੰਨੇ ਚੰਗਾ ਸੁਭਾਅ ਪਰਮਾਤਮਾ ਦਾ ਵੀ ਅਸੀਂ ਇੰਨੇ ਔਗਣਾਂ ਦੇ ਭਰੇ ਹੋਏ, ਇੰਨਾ ਵੱਡਾ ਹੋ ਕੇ ਵੀ ਸਾਨੂੰ ਇੰਨਾ ਪਿਆਰ ਕਰਦਾ, ਸਾਡੇ ਔਗਣ ਨਹੀਂ ਚਿਤਾਰਦਾ ਹੈ, ਬਖਸ਼ ਲੈਂਦਾ ਹੈ। ਇਸ ਕਰਕੇ ਮਹਾਰਾਜ ਨੇ ਹੁਣ ਅੱਗੇ ਉਪਦੇਸ਼ ਦਿੱਤਾ ਜੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿੰਗਾਰ। ਹੁਣ ਜਗਿਆਸੂ ਕਹਿਣ ਲੱਗਿਆ ਵੀ ਮੈਨੂੰ ਵੀ ਹਰੀ ਰੂਪ ਵਾਰਪਤੀ ਪ੍ਰਾਪਤ ਹੋਵੇ ਤਾਂ ਮੈਨੂੰ ਕੋਈ ਤਰੀਕਾ ਦੱਸੋ, ਮੈਂ ਯਤਨ ਤਾਂ ਬਹੁਤ ਕਰਦਾ, ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਕਹਿੰਦੇ ਇੱਕ ਤਾਂ ਗੁਰ ਸੇਵਾ ਕਰਕੇ ਸੁਖ ਪਾਈਦਾ, ਅਤੇ ਦੂਜਾ ਹਰੀ ਰੂਪ ਪਤੀ ਦਾ ਜਿਹੜਾ ਸਹਿਜ ਤੋਂ ਭਾਵ ਸ਼ਾਂਤੀ ਆਦਿਕ ਜਿਹੜੇ ਨੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨਾ ਪ੍ਰਾਪਤ ਹੁੰਦਾ। ਕਿਉਂਕਿ ਇਹ ਦੁਨੀਆ ਦੇ ਵਿੱਚ ਲੋਕਾਂ ਦੇ ਅੰਦਰ ਹੀ ਸਾਰਾ ਕੁਝ, ਕਾਹਲੀਪੁਣਾ, ਲੜਨਾ ਝਗੜਨਾ, ਈਰਖਾ ਦਵੈਸ਼, ਨਫ਼ਰਤ, ਲੜਾਈ, ਖਿਜੀ ਜਾਣਾ ਇੱਕ ਦੂਜੇ ਨੂੰ ਦੇਖ ਕੇ, ਜਰਨਾ ਨਹੀਂ, ਇਹ ਔਗਣ ਪਰਮਾਤਮਾ ਦੇ ਵਿੱਚ ਨਹੀਂ। ਇਹ ਤਾਂ ਮਾਇਆਵੀ ਜੀਵਾਂ ਦੇ ਵਿੱਚ ਆ ਜਾਂਦੇ ਨੇ। ਪਰਮਾਤਮਾ ਦੇ ਵਿੱਚ ਐਸਾ ਔਗਣ ਹੈ ਨਹੀਂ। ਉਹ ਤਾਂ ਬਹੁਤ ਸ਼ਾਂਤ ਸਰੂਪ, ਕਾਹਲ ਤੋਂ ਬਿਨਾਂ, ਮਾਇਆ ਤੋਂ ਰਹਿਤ ਸਰੂਪ, ਇੱਕ ਰਸ ਇਕਾਗਰਤਾ ਟਿਕਾਓ ਸੱਚ ਸਰੂਪ ਪਰਮਾਤਮਾ, ਜਿੱਥੇ ਕੋਈ ਫੁਰਨਾ ਹੀ ਨਹੀਂ, ਸੁੰਨ ਸਮਾਧੀ ਆਪ। ਦਿਨੋਂ ਦਿਨ ਆਪਣੇ ਫੁਰਨੇ ਵੱਧਦੇ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਪਦਾਰਥਾਂ ਦੀ ਇੱਛਾ ਹੋਣ ਕਰਕੇ ਇੱਕ ਦੂਜੇ ਮਨੁੱਖ ਨਾਲ ਝਗੜਾ, ਇੱਕ ਦੂਜੇ ਨਾਲ ਨਫ਼ਰਤ, ਇੱਕ ਦੂਜੇ ਨੂੰ ਛੋਟਾ ਦਿਖਾਉਣਾ, ਆਪ ਵੱਡਾ ਬਣ ਜਾਣਾ। ਇਹ ਬਹੁਤ ਸਾਰੇ ਔਗਣ ਸਾਡੇ ਅੰਦਰ ਜਦੋਂ ਪੈਦਾ ਹੋ ਜਾਂਦੇ ਨੇ ਤਾਂ ਸਾਡੀ ਜਿਹੜੀ ਮਾਨਸਿਕ ਸ਼ਾਂਤੀ ਹੈ ਉਹ ਜਾਂਦੀ ਰਹਿੰਦੀ, ਖਤਮ ਹੋ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰ ਸੇਵਾ ਤੇ ਸੁਖ ਪਾਈਐ, ਫਿਰ ਦੁੱਖ ਨਾ ਲੱਗੈ ਆਏ। ਸੱਚ ਮਾਣੇ ਫਿਰ ਸੇਜੜੀ ਗੂੜਾ ਹੇਤ ਪਿਆਰ। ਜਿਹਦਾ ਪਤੀ ਪਰਮਾਤਮਾ ਨਾਲ ਗੂੜਾ ਹੇਤ ਹੈ, ਬਹੁਤਾ ਜ਼ਿਆਦਾ ਪਿਆਰ ਹੈ। ਇੱਥੇ ਹੇਤ ਅਤੇ ਪਿਆਰ ਦੋ ਅੱਖਰ ਵਰਤੇ ਗਏ ਨੇ। ਭਾਵ ਕਹਿਣ ਤੋਂ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈ ਜਿਹਦੇ ਮਨ 'ਚ, ਉਹ ਅੰਤଃਕਰਨ ਰੂਪ ਸੇਜਾ ਉੱਤੇ ਪਤੀ ਪਰਮਾਤਮਾ ਦੇ ਸੁਖ ਨੂੰ ਭੋਗਦੀ ਹੈ। ਗੁਰਮੁਖ ਜਾਣ ਸਜਾਣੀਐ ਗੁਰ ਮੇਲੀ ਗੁਣ ਚਾਰ। ਜਿਸ ਨੂੰ ਗੁਰਾਂ ਨੇ ਵਿਰਾਗ, ਵਿਵੇਕ, ਖੜ ਸੰਮਤੀ, ਮੋਖ, ਇੱਛਾ ਰੂਪ ਚਾਰ ਗੁਣਾਂ ਨਾਲ ਮੇਲਿਆ, ਉਸ ਗੁਰਮੁਖ ਨੇ, ਜਾਣ ਤੋਂ ਭਾਵ ਹੁੰਦਾ ਗਿਆਨ, ਗੁਰਮੁਖ ਜਾਣ ਸਜਾਣੀਐ, ਉਸ ਗੁਰਮੁਖ ਨੇ ਜਾਣ ਗਿਆਨ ਦੁਆਰਾ ਜੋ ਜਾਣਨੇ ਯੋਗ ਪ੍ਰਮਾਤਮਾ ਹੈ ਉਹਨੂੰ ਪਛਾਣ ਲਿਆ। ਵਿਰਾਗ ਮਨ ਦੇ ਅੰਦਰ ਹੋ ਜਾਣਾ, ਵਿਵੇਕ ਹੋ ਜਾਣਾ, ਖਟ ਸੰਪਤੀ, 6 ਚੀਜ਼ਾਂ ਪਹਿਲਾਂ ਆਪਾਂ ਦੱਸ ਚੁੱਕੇ ਹਾਂ। ਮਨ ਦੇ ਅੰਦਰ ਸਮਦਮ ਸਰਦਾ, ਤੀਸਰੇ ਸਮਾਧਾਨ ਉਪਰਾਮ, ਛਟੀ ਤਤੀਛਾ ਜਾਨੀਐ, ਭਿੰਨ ਭਿੰਨ ਯਹ ਨਾਮ, ਅਤੇ ਮੁਕਤੀ ਦੀ ਇੱਛਾ। ਇਹ 4 ਗੁਣਾਂ ਦੇ ਨਾਲ, ਕਿਉਂਕਿ ਖਟ ਸੰਪਤੀ ਵਿੱਚ 6 ਚੀਜ਼ਾਂ ਨੇ, ਇਹਨੂੰ ਗਿਣਨਾ ਇੱਕੋ ਹੀ ਹੈ। ਵਿਰਾਗ, ਵਿਵੇਕ, ਖਟ ਸੰਪਤੀ,
3 ਚੌਥੀ ਮੁਕਤੀ ਦੀ ਇੱਛਾ, ਇਹ 4 ਗੁਣਾਂ ਨਾਲ ਮੇਲਿਆ ਜਿਨ੍ਹਾਂ ਨੂੰ ਸਤਿਗੁਰਾਂ ਨੇ, ਉਹਨਾਂ ਨੇ ਗਿਆਨ ਦੁਆਰਾ ਫਿਰ ਅੰਦਰੋਂ ਜਾਣਨ ਯੋਗ ਪਰਮਾਤਮਾ ਨੂੰ ਜਾਣ ਹੀ ਲਿਆ। ਸੱਚ ਮਿਲੋ ਵਰ ਕਾਮਣੀ ਫਿਰ ਮੋਹੀ ਰੰਗ ਲਾਏ। ਜੇ ਜਗਿਆਸੂ ਰੂਪ ਕਾਮਣੀ ਤੋਂ ਭਾਵ ਹੁੰਦਾ ਇਸਤਰੀ ਨੂੰ ਰੰਗ ਲਾਏ। ਰੰਗ ਦਾ ਮਤਲਬ ਹੁੰਦਾ ਪ੍ਰੇਮ ਲਗਾ ਕੇ। ਵਾਹਿਗੁਰੂ ਅਕਾਲ ਪੁਰਖ ਨੇ ਆਪ ਹੀ ਪ੍ਰੇਮ ਪੈਦਾ ਕੀਤਾ ਸਤਿਗੁਰਾਂ ਦੇ ਰਾਹੀਂ, ਮੋਹਿਆ ਆਪਣੇ ਵੱਲ ਨੂੰ, ਜਿਹਨੂੰ ਖਿੱਚ ਲਿਆ ਪ੍ਰਮਾਤਮਾ ਨੇ। ਆਪਣੀ ਖਿੱਚ ਆਪ ਹੀ ਪਾ ਦਿੰਦੇ ਨੇ ਜਿਹਨੂੰ ਪਾਉਣੀ ਹੁੰਦੀ ਹੈ। ਜਦੋਂ ਖਿੱਚ ਪੈਦਾ ਹੋਈ ਫਿਰ ਉਸ ਖਿੱਚ ਰਾਹੀਂ ਹੀ ਪ੍ਰਮਾਤਮਾ ਪਤੀ ਨੂੰ ਮਿਲਣਾ ਕਰ। ਮਨ ਦੇ ਅੰਦਰ ਇੱਕ ਚਾਉ ਪੈਦਾ ਹੋ ਗਿਆ, ਕਸ਼ਿਸ਼ ਬਣ ਗਈ ਕਿ ਬਾਕੀ ਸਾਰੀਆਂ ਚੀਜ਼ਾਂ ਝੂਠੀਆਂ ਨੇ ਸੰਸਾਰ ਦੀਆਂ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਪ੍ਰੇਮ ਲਾ ਕੇ ਇਹਦੇ ਮਨ ਨੂੰ ਆਪਣੇ ਵੱਲ ਨੂੰ ਖਿੱਚ ਲਿਆ। ਪ੍ਰੇਮ ਐਸਾ ਬਣ ਗਿਆ ਗੁਰਾਂ ਦੇ ਨਾਲ, ਝੱਖੜ ਝਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ। ਇੱਥੇ ਤੱਕ ਪ੍ਰੇਮ ਹੋ ਜਾਂਦਾ, ਪਾਲਾ ਕੱਕਰ ਬਰਫ਼ ਬਰਸੈ, ਭਾਵੇਂ ਫਿਰ ਕੁਛ ਵੀ ਹੁੰਦਾ ਰਹੇ। ਗੁਰਸਿੱਖ ਲੰਘ ਗੁਰੂ ਪਹਿਜਾਈ। ਗੁਰਸਿੱਖ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਰ ਕਰਕੇ ਸਮੁੰਦਰ ਵੀ ਲੰਘ ਜਾਂਦਾ, ਦਰਿਆ ਵੀ ਲੰਘ ਜਾਂਦਾ, ਬਰਫ਼ ਵੀ ਪਾਰ ਕਰ ਜਾਂਦਾ। ਪਰਮੇਸ਼ਰ ਦੇ ਪ੍ਰੇਮ ਦੀ ਖਿੱਚ ਐਸੀ ਹੈ ਕਿ ਫਿਰ ਗੁਰਸਿੱਖ ਨਹੀਂ ਰੁਕ ਸਕਦਾ। ਜਿੰਨਾ ਮਰਜ਼ੀ ਕੋਈ ਰੁਕਾਵਟ ਆ ਜਾਵੇ, ਉਹਦੇ ਪ੍ਰੇਮ ਦੇ ਰਸਤੇ ਵਿੱਚ ਉਹ ਪ੍ਰੇਮ ਨਾਲ ਸਭ ਕੁਝ ਪਾਰ ਕਰ ਜਾਂਦਾ। ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ। ਸੱਚ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਜਿਹਦਾ ਮਨ ਤਨ ਵਿਗਸਿਆ ਭਾਵ ਖੇੜੇ 'ਚ ਆਇਆ ਨਾ, ਉਹਦੀ ਕੀਮਤ ਕੁਝ ਕਹੀ ਨਹੀਂ ਜਾ ਸਕਦੀ ਕਿ ਕਿੰਨੀ ਕੁ ਕੀਮਤ ਹੈ, ਕਿਉਂਕਿ ਜਿਹਦਾ ਮਨ ਤਨ ਸੱਚ ਦੇ ਵਿੱਚ ਵਿਗਸ ਗਿਆ, ਖਿੜ ਗਿਆ ਹੈ। ਹਰ ਵਰ ਘਰ ਸੁਹਾਗਣੀ ਨਿਰਮਲ ਸਾਚੈ ਨਾਏ। ਹੁਣ ਜਿਹੜਾ ਸੱਚੇ ਨਾਮ ਨੂੰ ਜਪ ਕੇ ਨਿਰਮਲ ਹੋਈ ਹੈ, ਮੈਲ ਤੋਂ ਰਹਿਤ ਹੋਈ ਹੈ, ਉਹ ਸੁਹਾਗਣ ਦੇ ਅੰਤःਕਰਨ ਰੂਪ ਘਰ ਵਿੱਚ ਹਰੀਪਤੀ ਪਰਮਾਤਮਾ ਪ੍ਰਗਟ ਹੋ ਗਏ ਨੇ। ਮਨ ਮਹਿ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰ। ਨਾਮ ਦੇ ਮੰਨਣ ਕਰਨ ਵਿੱਚ ਜੇ ਜਿਹੜਾ ਮਨ ਹੈ ਮਨੁਆ, ਮਨੌਤ ਵੱਲੋਂ ਮਰ ਜਾਵੇ ਤਾਂ ਜਗਿਆਸੂ ਰੂਪ ਇਸਤਰੀ ਪਤੀ ਦੇ ਆਨੰਦ ਨੂੰ ਰਾਵੈ ਤੋਂ ਭਾਵ ਭੋਗਦੀ ਹੈ, ਆਨੰਦ ਮਾਣਦੀ ਹੈ। ਕਿਉਂਕਿ ਜਿਹੜਾ ਹੈ ਮਨ ਇਹ ਮਨੁਆ, ਮਨੌਤ ਵੱਲੋਂ ਮਰ ਜਾਵੇ, ਵਿਗੜਿਆ ਹੋਇਆ ਮਨ ਹੈ। ਮਨ ਮੰਨ ਜਾਵੇ ਅਤੇ ਮਨ ਦਾ ਜਿਹੜਾ ਬੁਰਾ ਸੁਭਾਅ ਉਹ ਵੀ ਦੂਰ ਹੋ ਜਾਵੇ। ਇੱਕ ਤਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ। ਜਿਹਨੇ ਆਪਣੇ ਗਲ ਵਿੱਚ ਵਿਰਾਗ ਤੇ ਸ਼ੁੱਧਤਾ ਆਦਿਕ ਮੋਤੀਆਂ ਦਾ ਹਾਰ ਪਹਿਨਿਆ ਹੋਇਆ, ਉਹ ਵਾਹਿਗੁਰੂ ਨਾਲ ਇਸ ਤਰ੍ਹਾਂ ਭੇਦ ਹੋਈ ਹੈ ਜਿਵੇਂ ਸੂਤ ਦੀ ਮਾਲਾ ਵਿੱਚ ਇੱਕ ਧਾਗਾ ਹੀ ਰਲਿਆ ਮਿਲਿਆ ਹੁੰਦਾ। ਸੂਤ ਦੀ ਮਾਲਾ ਜਿੱਦਾਂ ਦੇਖੀ ਆ, ਉੱਨ ਦੀ ਮਾਲਾ, ਉੱਨ ਦੀ ਮਾਲਾ ਸਾਰੀ ਉੱਨ ਦੀ ਬਣੀ ਹੁੰਦੀ ਹੈ, ਮਣ ਕੇ ਦੇਖਣ ਨੂੰ ਵੱਖਰੇ ਲੱਗਦੇ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਗਿਆਸੂ ਜਿਹੜੇ ਨੇ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਨੇ। ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ। ਹੁਣ ਜਿਸ ਗੁਰਮੁਖ ਨੇ ਸੰਤ ਸਭਾ ਵਿੱਚ ਬੈਠ ਕੇ ਨਾਮ ਦਾ ਆਸਰਾ ਗ੍ਰਹਿਣ ਕੀਤਾ, ਉਹਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ। ਸੰਤ ਸਭਾ, ਸਿੱਧ ਸਭਾ ਪਹਿਲਾਂ ਵੀ ਦੱਸ ਚੁੱਕੇ ਹਾਂ। ਗੁਰ ਸਭਾ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ। ਜਿਸ ਖਿਨ 'ਚ ਪਦਾਰਥ ਮਿਲਦੇ ਨੇ ਉਸੇ ਖਿਨ 'ਚ ਮਨ ਵਿੱਚ ਆਨੰਦ ਪੈਦਾ ਹੁੰਦਾ। ਪਦਾਰਥ ਮਿਲ ਗਏ, ਬੜਾ ਆਨੰਦ ਬਣਿਆ, ਖੁਸ਼ ਹੋ ਜਾਂਦਾ। ਜੀਵ ਦੀ ਆਦਤ ਹੈ ਛੋਟੀ ਛੋਟੀ ਚੀਜ਼ 'ਤੇ ਖੁਸ਼ ਹੋ ਜਾਂਦਾ। ਅਸੀਂ ਫਿਰ ਜੋ ਜਿਸ ਖਿਨ 'ਚ ਪਦਾਰਥ ਨਸ਼ਟ ਹੁੰਦੇ ਨੇ, ਘਾਟਾ ਪੈ ਜਾਂਦਾ, ਉਸੇ ਖਿਨ ਵਿੱਚ ਮਨ ਖਪ ਜਾਂਦਾ। ਖਿਨ ਕਾਲ ਵਿੱਚ ਆਉਂਦਾ, ਖਿਨ ਕਾਲ ਵਿੱਚ ਜਾਂਦਾ। ਖਿਨੇ ਰੁਸ਼ਟਾ ਖਿਨੇ ਤੁਸ਼ਟਾ। ਜਿਸ ਖਿਨ ਵਿੱਚ ਸ਼ੁਭ ਗੁਣ ਉਪਜਦੇ ਨੇ ਉਸੇ ਖਿਨ 'ਚ ਅਸ਼ੁਭ ਗੁਣ ਖਪ ਜਾਂਦੇ ਨੇ। ਜਿਸ ਖਿਨ ਵਿੱਚ ਗਿਆਨ ਆਉਂਦਾ ਉਸੇ ਖਿਨ ਵਿੱਚ ਅਗਿਆਨ ਵੀ ਚਲਿਆ ਜਾਂਦਾ। ਸ਼ਬਦ ਪਛਾਣੈ ਰਬ ਰਹੈ ਨਾ ਤਿਸ ਕਾਲ ਸੰਤਾਏ। ਹੁਣ ਸਤਿਗੁਰਾਂ ਦੇ ਉਪਦੇਸ਼ ਨੂੰ ਪਛਾਣ ਕੇ ਜੋ ਨਾਮ ਨੂੰ ਰਬ ਰਹੈ ਉਚਾਰਨ ਕਰਦਾ ਰਹਿੰਦਾ ਨਾ, ਜੋ ਸ਼ਬਦ ਜਿਹੜਾ ਹੈ ਬ੍ਰਹਮ ਨੂੰ ਪਛਾਣ ਕੇ ਉਹਦੇ ਵਿੱਚ ਰੱਬ ਰਹੋ ਮਿਲ ਰਹਿੰਦਾ, ਅਰਥਾਤ ਭੇਦ ਅਭੇਦ ਹੁੰਦਾ, ਉਹਨੂੰ ਜਮਕਾਲ ਜਿਹੜਾ ਹੈ ਸੰਤਾਏ ਤੋਂ ਭਾਵ ਦੁੱਖ ਨਹੀਂ ਦਿੰਦਾ। ਕਾਲ ਜਿਹੜਾ ਕਾਲ, ਕਿਉਂਕਿ ਇਹ
ਕਾਲ ਜਿਹੜਾ ਇਹਦੀ ਵੀ ਸਰਕਾਰ ਹੈ, ਬਾਕੀ ਆ ਪਰਜਾ ਇਹਦੀ ਸਾਰੀ, ਜਿੰਨਾ ਤੁਰਿਆ ਫਿਰਦਾ ਕੋਈ ਬੈਠਦਾ ਉੱਠਦਾ ਚਾਰੇ ਖਾਣੀਆਂ ਨਜ਼ਰ ਆਉਂਦੀਆਂ ਨੇ। 84 ਲੱਖ ਜੂਨ ਸਾਰੀ ਕਾਲ ਦਾ ਹੀ ਖਾਜਾ ਹੈ, ਇਹ ਸਰਕਾਰ ਹੈ ਇਹਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹਦੇ ਉੱਤੇ ਕਈ ਜਾਣੇ ਬਿਠਾਏ ਹੋਏ ਨੇ ਪਰਜਾ ਤੇ। ਧਰਮ ਰਾਏ ਵੀ ਇਹਨਾਂ ਦੇ ਉੱਤੇ ਬੈਠਾ ਹੈ, ਕਾਲ ਵੀ ਬੈਠਾ ਹੈ, ਮਾਇਆ ਵੀ ਬੈਠੀ ਹੈ, ਕਲਯੁਗ ਵੀ ਬੈਠਾ ਹੈ। ਇਹ ਹਰ ਇੱਕ ਦੀ ਰਈਅਤ ਹੈ ਆਪੋ ਆਪਣੀ। ਸਾਹਿਬ ਅਤੁੱਲ ਨਾ ਤੋਲੀਐ ਕਥਨ ਨਾ ਪਾਇਆ ਜਾਏ। ਉਹ ਜੋ ਸਾਹਿਬ ਪ੍ਰਮਾਤਮਾ ਉਹ ਅਤੁੱਲ ਹੈ, ਤੋਲਿਆ ਨਹੀਂ ਜਾਂਦਾ ਕਿਸੇ ਤਰੀਕੇ ਨਾਲ। ਜੇ ਆਪਾਂ ਜ਼ਬਾਨੀ ਕਲਾਮੀ ਕਥਨੀਆਂ ਕਰਨ ਨਾਲ ਉਹਨੂੰ ਤੋਲ ਸਕਦੇ ਹੋਈਏ ਤਾਂ ਹਰੇਕ ਕੋਈ ਗੱਲਾਂ ਨਾਲ ਹੀ ਤੋਲ ਦਵੇ ਉਹਨੂੰ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਪਾਰੀ ਵਣਜਾਰਿਆ ਆਏ ਵਜੋ ਲਿਖਾਏ। ਵਪਾਰੀ ਹੁੰਦਾ ਇਹ ਜਗਿਆਸੂ ਲੋਕ ਨੇ ਨਾ, ਵਣਜਾਰਿਆਂ ਦੀ ਨਿਆਈ। ਵਜੋ ਹੁੰਦਾ ਦੁਮਾਹਾ, ਪਰਾਲਬਧ ਆਪਣੀ, ਇਹਨੂੰ ਲਿਖਾ ਕੇ ਆਏ ਨੇ ਜਿਹੜੇ ਵਪਾਰੀ ਨੇ ਜਗਿਆਸੂ। ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ। ਸੱਚੇ ਪ੍ਰਮਾਤਮਾ ਦੀ ਜਿਹੜੀ ਭਗਤੀ ਰੂਪ ਕਾਰ ਹੈ ਉਹਨੂੰ ਕਮਾਉਂਦੇ ਨੇ। ਸੋ ਇਸ ਕਰਕੇ ਉਹਨਾਂ ਨੂੰ ਰਜਾਏ ਜੋ ਹੈ ਨਾ, ਰਜਾਏ ਦਾ ਭਾਵ ਪਰਮਾਤਮਾ ਦੀ ਪ੍ਰਾਪਤੀ ਰੂਪ ਲਾਭ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ। ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ। ਸੱਚੀ ਸ਼ਰਧਾ ਰੂਪ ਪੂੰਜੀ ਕਰਕੇ ਉਹਨਾਂ ਨੂੰ ਪੂਰੇ ਸਤਿਗੁਰੂ ਮਿਲੇ ਨੇ। ਨਾ ਉਹਨਾਂ ਦੇ ਅੰਦਰ ਤਿਸ ਤੋਂ ਭਾਵ ਤ੍ਰਿਸ਼ਨਾ ਹੈ, ਨਾ ਹੀ ਤਿਲ ਮਾਤਰ ਤਮਾਏ ਤਮੋ ਗੁਣ ਹੈ, ਨਾ ਹੀ ਕੋਈ ਉਹਨਾਂ ਦੇ ਅੰਦਰ ਤਮਾ ਹੈ, ਇੱਛਾ ਹੈ, ਨਾ ਹੀ ਤਿਲ ਮਾਤਰ ਉਹਨਾਂ ਦੇ ਅੰਦਰ ਤਮਾ ਤੋਂ ਭਾਵ ਤਮ ਹੁੰਦਾ, ਹਨੇਰਾ ਨਹੀਂ ਆਉਂਦਾ, ਕੋਈ ਅਗਿਆਨਤਾ ਨਹੀਂ ਛਾਉਂਦੀ ਉਹਨਾਂ ਦੇ ਅੰਦਰ। ਗੁਰਮੁਖ ਤੋਲ ਤੋਲਾਏ ਸੀ ਸੱਚ ਤਰਾਜੀ ਤੋਲ। ਮੁਖੀ ਗੁਰੂ ਸਾਹਿਬ ਜੀ ਬੁੱਧੀ ਰੂਪ ਤਰਾਜੀ ਜਿਹੜੀ ਤੱਕੜੀ ਹੈ ਤੇ ਵਿਚਾਰ ਰੂਪ ਤੋਲ ਹੁੰਦੇ ਨੇ, ਵੱਟੇ ਨਾਲ ਆਪ ਸੱਚ ਨੂੰ ਤੋਲਦੇ ਨੇ ਅਤੇ ਸਿੱਖਾਂ ਕੋਲੋਂ ਤਲਵਾਉਂਦੇ ਨੇ। ਸੱਚ ਦੀ ਵਿਚਾਰ ਆਪ ਕਰਦਾ ਹੈ ਗੁਰਸਿੱਖ ਤੇ ਹੋਰਨਾਂ ਕੋਲੋਂ ਕਰਵਾਉਂਦਾ ਹੈ ਵਿਚਾਰ। ਗੁਰਮੁਖ ਤੋਲ ਤੋਲਾਏ ਸੀ, ਤੱਤੇ ਦੇ ਥੱਲੇ ਔਂਕੜ ਤੇ ਹੋੜਾ ਦੋਨੋਂ ਇਕੱਠੇ ਹੀ ਲੱਗੇ ਹੋਏ ਹੋਣ ਕਰਕੇ ਨਾ ਤਾਂ ਇਹਨੂੰ ਤੁਲਾਏ ਸੀ ਕਹਿ ਸਕਦੇ ਹਾਂ, ਨਾ ਤੋਲ ਆਏ ਸੀ ਕਹਿ ਸਕਦੇ ਹਾਂ। ਇਹ ਵਿਚਾਲੜਾ ਜਿਹਾ ਅੱਖਰ ਬੋਲਣਾ। ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ। ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ। ਸਿੱਖ ਦੀ ਜਿਹੜੀ ਮਨਸਾ ਸੀ, ਮਨਸਾ ਤੋਂ ਭਾਵ ਬੁੱਧੀ ਵਿੱਚ ਜੋ ਮੋਹਣੀ ਮਾਇਆ ਦੀ ਆਸਾ ਲੱਗ ਰਹੀ ਸੀ ਨਾ, ਉਹ ਗੁਰਾਂ ਨੇ ਸੱਚ ਦਾ ਬਚਨ ਬੋਲ ਕੇ ਠਾਕੀ, ਕੀ ਭਾਵ ਰੋਕ ਦਿੱਤੀ। ਬਹੁਤ ਸਾਰੀਆਂ ਪੰਗਤੀਆਂ ਬਹੁਤ ਸਮਝਣ ਵਾਲੀਆਂ ਹੁੰਦੀਆਂ, ਜਿਵੇਂ ਆਪਾਂ ਕਹਿ ਲਈਏ ਬਹੁਤ ਸਾਰੀਆਂ ਪੰਗਤੀਆਂ ਤਾਂ ਹਮੇਸ਼ਾ ਹੀ ਯਾਦ ਰੱਖਣੀਆਂ ਚਾਹੀਦੀਆਂ ਵੈ। ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ। ਸਤਿਗੁਰੂ ਜੀ ਨੇ ਸੱਚੇ ਬੋਲ ਬੋਲ ਕੇ ਮਾਇਆ ਨੂੰ ਰੋਕ ਲਾ ਦਿੱਤੀ ਵੀ ਹੁਣ ਇਹਨੂੰ ਤੰਗ ਨਹੀਂ ਕਰਨਾ, ਇਹਦੀ ਬੁੱਧੀ ਚੋਂ ਬਾਹਰ ਹੋ ਜਾ। ਇੱਥੋਂ ਸਤਿਗੁਰਾਂ ਦੇ ਹੁਕਮ ਅਨੁਸਾਰ ਬੁੱਧੀ ਵਿੱਚੋਂ ਮਾਇਆ ਬਾਹਰ ਨਿਕਲ ਜਾਂਦੀ ਅਤੇ ਗੁਰਸਿੱਖ ਦੀ ਬੁੱਧੀ ਆਪੇ ਹੀ ਪਵਿੱਤਰ ਹੋ ਜਾਂਦੀ ਗੁਰਾਂ ਦੀ ਕਿਰਪਾ ਨਾਲ। ਕਿਉਂਕਿ ਜਦੋਂ ਮਨ ਵਿੱਚੋਂ ਮਾਇਆ ਦੂਰ ਹੀ ਹੋ ਗਈ ਤਾਂ ਉਦੋਂ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਦੇ ਅੰਦਰ ਆਪਣੇ ਆਪ ਹੀ ਸ਼ੁੱਧਤਾ ਛਾ ਜਾਂਦੀ, ਮਨ ਹਲਕਾ ਹੋ ਗਿਆ, ਆਪਣੇ ਆਪ ਹੀ ਜੀ ਕਰਦਾ ਨਾਮ ਜਪਣ ਨੂੰ, ਬਾਣੀ ਪੜ੍ਹਨ ਨੂੰ, ਆਪੇ ਹੀ ਸਮਾਧੀ ਲੱਗਦੀ ਹੈ। ਕਿਉਂਕਿ ਮਾਇਆ ਪਰੇ ਹੀ ਹਟ ਗਈ, ਹੁਣ ਮਾਇਆ ਪਰੇਸ਼ਾਨ ਨਹੀਂ ਕਰਦੀ। ਮਾਇਆ ਕਰਕੇ ਹੀ ਮਨ ਦੇ ਅੰਦਰ ਦੁਬਿਧਾ ਪੈਦਾ ਹੁੰਦੀ ਹੈ, ਜਪੀਏ ਨਾ ਜਪੀਏ, ਕੀ ਲੋੜ ਹੈ। ਜਦੋਂ ਮਾਇਆ ਪਾਸੇ ਹੋ ਗਈ ਤਾਂ ਮਨ ਇੱਕ ਥਾਂ ਟਿਕ ਗਿਆ ਮਹਾਰਾਜ ਦੀ ਕਿਰਪਾ ਨਾਲ। ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ। ਵਾਹਿਗੁਰੂ ਆਪ ਵਿਚਾਰ ਕਰਾਵੇ ਤਾਂ ਇਹ ਜੀਵ ਜਿਹੜਾ ਨਾ ਤੋਲ ਸੀ ਤੋਂ ਭਾਵ ਵਿਚਾਰ ਕਰਦਾ। ਵਾਹਿਗੁਰੂ ਇਹਨੂੰ ਅੰਦਰੋਂ ਵਿਚਾਰ ਅੰਦਰੋਂ ਹੀ ਫੁਰਨ ਲੱਗ ਪੈਂਦੇ ਨੇ, ਵਿਚਾਰ ਚੰਗੇ ਚੰਗੇ ਸੋਹਣੇ ਸੁਭ ਇੱਛਾ ਸੁਭ ਵਿਚਾਰਨਾ। ਬ੍ਰਹਮ ਗਿਆਨ ਦੀਆਂ ਪਹਿਲੀਆਂ 2 ਸਟੇਜਾਂ ਆ ਜਾਂਦੀਆਂ। ਸੋਹਣੇ ਸੋਹਣੇ ਵਿਚਾਰ ਮਨ ਦੇ ਅੰਦਰ ਪੈਦਾ ਹੋਣ ਲੱਗ ਜਾਂਦੇ ਨੇ, ਕਿਉਂਕਿ ਪੂਰੇ ਵਾਹਿਗੁਰੂ ਦਾ ਪੂਰਾ ਹੀ ਤੋਲ ਹੈ ਨਾ। ਤੋਲ ਤੋਂ ਭਾਵ ਪੂਰਾ ਹੀ ਵਿਚਾਰ ਹੈ, ਉਹਦਾ ਵਿਚਾਰ ਘੱਟ ਵੱਧ ਨਹੀਂ ਹੁੰਦਾ। ਕਥਨਾ ਕਹਿਣ ਨਾ ਛੁਟੀਐ ਨਾ ਪੜ੍ਹ ਪੁਸਤਕ ਭਾਰ। ਹੁਣ ਜ਼ਬਾਨੀ ਕਥਨੀਆਂ ਦੇ ਕਹਿਣ ਨਾਲ ਛੁਟਕਾਰਾ ਨਹੀਂ ਹੁੰਦਾ,
ਭਾਰ ਜਿਹੜਾ ਹੁੰਦਾ ਸਮੂਹ ਪੁਸਤਕਾਂ ਦੇ ਪੜ੍ਹਨ ਨਾਲ ਛੁਟਕਾਰਾ ਨਹੀਂ ਹੁੰਦਾ। ਕਥਨ ਹੈ ਕਹਿਣ ਨਾ ਛੁਟੀਐ, ਨਾ ਪੜ੍ਹ ਪੁਸਤਕ ਭਾਰ। ਕਾਇਆ ਸੋਚ ਨਾ ਪਾਈਐ, ਬਿਨ ਹਰ ਭਗਤ ਪਿਆਰ। ਪ੍ਰੇਮਾ ਭਗਤੀ ਤੋਂ ਬਿਨਾਂ ਕੇਵਲ ਕਰਮ ਕਾਂਡੀਆਂ ਵਾਂਗੂ ਕਾਇਆ ਸੋਚ ਦੇਹ ਦੀ ਪਵਿੱਤਰਤਾ ਕਰਨ ਨਾਲ ਹਰੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬੁੱਧੀ ਵਿੱਚ ਸੋਚੀ ਜਾਵੇ ਮੈਨੂੰ ਰੱਬ ਮਿਲ ਜਾਵੇਗਾ, ਮੈਨੂੰ ਰੱਬ ਨੇ ਐ ਮਿਲ ਜਾਣਾ, ਬਸ ਹੁਣ ਆ ਕੇ ਖੜ ਜਾਣਾ। ਮਹਾਰਾਜ ਕਹਿੰਦੇ ਐਂ ਨਹੀਂ ਮਿਲਦਾ। ਸੋਚਿਆ ਨਾ ਪਵਿੱਤਰਤਾ ਨਾਲ, ਨਾ ਸੋਚਣ ਨਾਲ, ਨਾ ਕਥਨ ਕਰਨ ਨਾਲ, ਨਾ ਪੁਸਤਕਾਂ ਪੜ੍ਹਨ ਨਾਲ। ਉਹ ਕਿਵੇਂ ਮਿਲਦਾ ਜੀ? ਕਹਿੰਦੇ ਹਰੀ ਦੀ ਭਗਤੀ ਦਾ ਪਿਆਰ ਹੋਵੇ ਮਨ 'ਚ ਤਾਂ ਮਿਲਦਾ ਉਹ। ਪ੍ਰੇਮਾ ਭਗਤੀ ਤੋਂ ਬਿਨਾਂ ਮਿਲਦਾ ਨਹੀਂ ਹੈ ਉਹ। ਨਾਨਕ ਨਾਮ ਨਾ ਵਿਸਰੈ, ਮੇਲੇ ਗੁਰ ਕਰਤਾਰ। ਮਹਾਰਾਜ ਕਥਨ ਕਰਦੇ ਨੇ, ਜੇ ਵਾਹਿਗੁਰੂ ਦਾ ਨਾਮ ਨਾ ਭੁੱਲੇ ਤਾਂ ਗੁਰੂ ਸਾਹਿਬ ਜੀ ਕਰਤਾਰ ਨਾਲ ਮੇਲ ਦਿੰਦੇ ਨੇ। ਸ਼ਰਤ ਇਹ ਹੈ ਬੰਦੇ ਨੂੰ ਕਿ ਤੂੰ ਨਾਮ ਨਹੀਂ ਭੁੱਲਣਾ। ਫਿਰ ਸਤਿਗੁਰੂ ਜੀ ਦੇਖਦੇ ਨੇ 24 ਘੰਟੇ ਨਾਮ ਹੀ ਜਪੀ ਜਾਂਦਾ। ਮਹਾਰਾਜ ਫਿਰ ਆਪਣੀ ਮਿਹਰ ਦਾ ਸਦਕਾ ਅਕਾਲ ਪੁਰਖ ਨਾਲ ਮਿਲਾ ਦਿੰਦੇ ਨੇ।